मैम आवाज नहीं आ रही। नो प्रॉब्लम मैम, नो प्रॉब्लम, कोई प्रॉब्लम नहीं है। हाँ जी बच्चे, ठीक है। नेक्स्ट सैशन ਦੀ ਕੋਈ ਪ੍ਰੋਬਲਮ ਹੋਈ। हाँ जी बच्चे, जल्दी जल्दी ਅਸੀਂ ਰਿਵਾਈਜ਼ ਕਰਾਂਗੇ। ਅਸੀਂ ਲੇਖ ਨੁਕਤਿਆਂ ਦੇ ਅਨੁਸਾਰ ਲਿਖਦੇ ਹਾਂ, ਠੀਕ ਹੈ। ਨੁਕਤੇ ਬਣਾ ਕੇ ਲਿਖਦੇ ਹਾਂ। ਇਸ ਦੇ ਵਿੱਚ ਅਸੀਂ ਸਿੰਪਲ ਸੈਂਟੈਂਸ ਬਣਾ ਕੇ, ਜਾਂ ਜਿਸ ਤਰ੍ਹਾਂ ਪਹਿਲਾਂ ਅਸੀਂ 3rd ਕਲਾਸ ਦੇ ਵਿੱਚ 10 ਵਾਕ ਲਿਖ ਦਈਦੇ ਸੀ, ਇਸ ਤਰ੍ਹਾਂ ਨਹੀਂ। ਇਸ ਦੇ ਵਿੱਚ ਤੁਸੀਂ ਪੈਰਾਗ੍ਰਾਫ ਬਣਾ ਕੇ ਲਿਖੋਗੇ। ਇਹਨਾਂ ਨੂੰ ਅਸੀਂ ਨੁਕਤੇ ਕਹਿੰਦੇ ਹਾਂ, ਠੀਕ ਹੈ। ਸਭ ਤੋਂ ਪਹਿਲਾ ਨੁਕਤਾ ਹੈ ਭੂਮਿਕਾ। ਭੂਮਿਕਾ ਕੀ ਹੁੰਦਾ ਹੈ? ਇੰਟਰੋਡਕਸ਼ਨ। ਅੱਜ ਅਸੀਂ ਲੇਖ ਰਿਵਾਈਜ਼ ਕਰਨ ਜਾ ਰਹੇ ਹਾਂ ਦੀਵਾਲੀ ਦਾ। ਬੱਚੇ ਇਸ ਦੇ ਵਿੱਚ ਤੁਸੀਂ ਦੱਸੋਗੇ ਕਿ ਕਦੋਂ ਅਤੇ ਕਦੋਂ ਮਨਾਈ ਜਾਂਦੀ ਹੈ ਤੇ ਇਸ ਦਾ ਕਾਰਨ ਕੀ ਹੈ, ਕਿਉਂ ਮਨਾਈ ਜਾਂਦੀ ਹੈ। ਇੰਟਰੋਡਕਸ਼ਨ ਵਿੱਚ ਭੂਮਿਕਾ ਵਿੱਚ ਅਸੀਂ ਲਿਖਾਂਗੇ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ। ਤੇ ਦੀਵਾਲੀ ਵੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਬਹੁਤ ਸਾਰੇ ਤਿਉਹਾਰਾਂ ਦੇ ਵਿੱਚੋਂ ਦੀਵਾਲੀ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਦੁਸਹਿਰੇ ਤੋਂ 20 ਦਿਨ ਬਾਅਦ ਮਨਾਇਆ ਜਾਂਦਾ ਹੈ। ਕਿੰਨੇ ਦਿਨਾਂ ਬਾਅਦ? 20 ਦਿਨਾਂ ਬਾਅਦ। ਇਸ ਦਿਨ ਕੀ ਹੋਇਆ ਸੀ? ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ, ਬਨਵਾਸ ਯਾਨੀ ਕਿ ਵਨ ਵਿੱਚ ਰਹਿਣਾ, ਜੰਗਲ ਵਿੱਚ ਰਹਿਣਾ, ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਅਤੇ ਲੋਕਾਂ ਨੇ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ, ਦੀਵੇ ਜਗਾਏ ਸਨ, ਠੀਕ ਹੈ। ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਹੈ, ਕਿਵੇਂ ਸਜਾਵਟ ਕੀਤੀ ਜਾਂਦੀ ਹੈ? ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਘਰਾਂ ਦੀ ਸਾਫ਼ ਸਫਾਈ ਕਰਕੇ ਬਾਜ਼ਾਰਾਂ ਤੋਂ ਜ਼ਰੂਰੀ ਸਮਾਨ ਖਰੀਦਣ ਲੱਗ ਪੈਂਦੇ ਹਨ। Excuse me, Rekha ma'am, your voice is cracking, ma'am. ਖਾਸ ਤੌਰ ਤੇ ਸਜਾਇਆ ਜਾਂਦਾ ਹੈ। Excuse me, Rekha ma'am. ਲੋਕ ਆਪਣੇ ਮਿੱਤਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਮਠਿਆਈਆਂ, ਮਠਿਆਈਆਂ ਦੇ ਸਪੈਲਿੰਗ ਦੇਖੋ, ਸਾਰੇ ਬੱਚੇ ਗਲਤ ਲਿਖਦੇ ਹਨ, ਮਿਠਾਈਆਂ ਲਿਖ ਦਿੰਦੇ ਹਨ। ਬੱਚੇ ਮਿਠਾਈਆਂ ਹਿੰਦੀ ਵਿੱਚ ਹੁੰਦਾ ਹੈ, ਪੰਜਾਬੀ ਵਿੱਚ ਅਸੀਂ Yes, Rekha ma'am, your voice is cracking, ma'am. Rekha ma'am, बेटे प्लीज चैट बॉक्स नहीं लिखो, मैं गल कर रही हूं मैम नाल। ਇਸ ਲਈ ਬਾਜ਼ਾਰਾਂ ਵਿੱਚ ਖੂਬ ਰੌਣਕ ਹੁੰਦੀ ਹੈ। ਇਸ ਤੋਂ ਬਾਅਦ ਹੈ ਅਗਲਾ ਨੁਕਤਾ, ਰਾਤ ਦਾ ਦ੍ਰਿਸ਼। ਕਿ ਰਾਤ ਦਾ ਦ੍ਰਿਸ਼, ਰਾਤ ਦਾ ਸੀਨ, ਰਾਤ ਦਾ ਮਾਹੌਲ ਕਿਵੇਂ ਜਿਹਾ ਹੁੰਦਾ ਹੈ। ਦੀਵਾਲੀ ਵਾਲੀ ਰਾਤ ਨੂੰ ਹਰ ਪਾਸੇ ਜਗਮਗ ਰੋਸ਼ਨੀ ਹੁੰਦੀ ਹੈ। ਲੋਕ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਬਿਜਲੀ ਦੀਆਂ ਰੰਗ ਬਿਰੰਗੀਆਂ ਲੜੀਆਂ, ਮੋਮਬੱਤੀਆਂ ਅਤੇ ਦੀਵੇ ਜਲਾ ਕੇ ਰੋਸ਼ਨੀ ਕਰਦੇ ਹਨ। ਦੀਵਾਲੀ ਦੀ ਰਾਤ ਨੂੰ ਲੋਕ ਲక్ష్ਮੀ ਮਾਤਾ ਦੀ ਪੂਜਾ ਕਰਦੇ ਹਨ, ਮਠਿਆਈਆਂ ਅਤੇ ਪਕੌੜੇ ਆਦਿ ਖਾਂਦੇ ਹਨ, ਬੱਚੇ ਪਟਾਕੇ ਚਲਾਉਂਦੇ ਹਨ। ਕਈ ਵਾਰ ਲੋਕ ਇਸ ਦਿਨ ਮੰਦਿਰਾਂ, ਗੁਰਦੁਆਰਿਆਂ ਵਿੱਚ ਜਾਂਦੇ ਹਨ। ਦੀਵਾਲੀ ਦੀ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ। ਇਸ ਕਰਕੇ ਕੀ ਕਿਹਾ ਜਾਂਦਾ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਯਾਨੀ ਕਿ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ, ਦੇਖਣ ਵਾਲੀ ਹੁੰਦੀ ਹੈ। ਲਾਸਟ ਨੁਕਤਾ ਹੈ ਸਾਰੰਸ਼। ਸਾਰੰਸ਼ ਵਿੱਚ ਅਸੀਂ ਪੂਰੇ ਲੇਖ ਦਾ ਕੰਕਲੂਜਨ ਲਿਖਦੇ ਹਾਂ, ਨਿਚੋੜ ਲਿਖਦੇ ਹਾਂ ਕਿ ਦੀਵਾਲੀ ਇੱਕ ਧਾਰਮਿਕ ਅਤੇ ਪਵਿੱਤਰ ਤਿਉਹਾਰ ਹੈ। ਕਈ ਲੋਕ ਇਸ ਦਿਨ ਸ਼ਰਾਬਾਂ ਪੀਂਦੇ ਹਨ, ਜੂਆ ਖੇਡਦੇ ਅਤੇ ਲੜਾਈਆਂ ਕਰਦੇ ਹਨ। ਸਾਨੂੰ ਇਹਨਾਂ ਬੁਰਾਈਆਂ ਤੋਂ ਦੂਰ ਰਹਿ ਕੇ ਇਸ ਤਿਉਹਾਰ ਨੂੰ ਖੁਸ਼ੀ ਨਾਲ ਆਪਸ ਵਿੱਚ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ, ਠੀਕ ਹੈ। ਸਾਰੇ ਬੱਚਿਆਂ ਨੇ ਬੇਟਾ ਤੁਸੀਂ ਇਸ ਦੇ ਵਿੱਚ ਆਪਣੀ ਵੀ ਕੋਈ ਲਾਈਨ ਐਡ ਕਰ ਸਕਦੇ ਹੋ, ਲੇਕਿਨ ਲਾਈਨ ਤੁਸੀਂ ਤਾਂ ਹੀ ਐਡ ਕਰਨੀ ਹੈ ਜੇਕਰ ਤੁਹਾਨੂੰ ਸਪੈਲਿੰਗਸ ਬਿਲਕੁਲ ਕਲੀਅਰ ਹਨ, ਠੀਕ ਹੈ। ਤੁਸੀਂ ਆਪਣੀ ਕ੍ਰੀਏਟੀਵਿਟੀ ਵੀ ਦਿਖਾ ਸਕਦੇ ਹੋ, ਆਪਣੇ ਕੋਲੋਂ ਵੀ ਨਵੀਆਂ ਸਤਰਾਂ ਜੋੜ ਸਕਦੇ ਹੋ, ਨਵਾਂ ਨੁਕਤਾ ਜੋੜ ਸਕਦੇ ਹੋ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਸ਼ੋਰ ਹੋਣੇ ਚਾਹੀਦੇ ਕਿ ਸਪੈਲਿੰਗ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹਨ, ਠੀਕ ਹੈ।
ਇਸ ਤੋਂ ਬਾਅਦ ਹਾਂਜੀ ਚੈਟ ਬਾਕਸ ਦੇ ਵਿੱਚ ਤੁਸੀਂ एवरीवन ਚ ਉੱਤਰ ਦਿਓਗੇ। आप प्रश्न पढ़ो, सही उत्तर चैट बॉक्स में जवाब दियो। बी फास्ट। ਸਾਰੇ ਬੱਚਿਆਂ ਦੇ ਆਨਸਰ ਮੇਰੇ ਕੋਲ ਪਹੁੰਚਣੇ ਚਾਹੀਦੇ ਹਨ। ਗਿਣਤੀ ਦੇ ਅੰਕ 31 ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ ਜਾਂਦਾ ਹੈ? ਜਦੋਂ ਅਸੀਂ ਲਿਖਦੇ ਹਾਂ ਬੱਚੇ, ਜਦੋਂ ਅਸੀਂ ਪੰਜਾਬੀ ਵਿੱਚ 1 ਲਿਖਦੇ ਹਾਂ, ਈੜੀ ਨੂੰ ਸਿਹਾਰੀ ਉੱਤੇ ਅੱਧਕ ਕੱਕਾ 1 ਲਿਖਦੇ ਹਾਂ। ਲੇਕਿਨ ਜਦੋਂ ਅਸੀਂ 31 ਲਿਖਦੇ ਹਾਂ ਤਾਂ ਈੜੀ ਤੇ ਨਹੀਂ, ਕੱਕੇ ਦੇ ਉੱਤੇ ਅੱਧਕ ਆਏਗੀ। ਇੱਥੇ ਸੈਕੰਡ ਆਪਸ਼ਨ ਸਹੀ ਹੈ। ਈੜੀ ਨੂੰ ਸਿਹਾਰੀ, ਕੱਕੇ ਤੇ ਅੱਧਕ, ਤੱਤੇ ਨੂੰ ਬਿਹਾਰੀ 31। ਨੈਕਸਟ, ਬੇਟੇ ਹੁਣ ਨੈਕਸਟ ਸਲਾਈਡ ਦੇਖੋ। ਗਿਣਤੀ ਦੇ ਅੰਕ 38 ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ ਜਾਂਦਾ ਹੈ? ਗਿਣਤੀ ਦੇ ਅੰਕ 38 ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ ਜਾਂਦਾ ਹੈ? ਅਸੀਂ ਸਾਰਿਆਂ ਨੂੰ ਜਾਣਦੇ ਹਾਂ ਕਿ 38 38, ਲੇਕਿਨ 38 ਲਿਖਿਆ ਕਿਵੇਂ ਜਾਵੇਗਾ? ਜਦੋਂ ਅਸੀਂ 8 ਲਿਖਦੇ ਹਾਂ ਤਾਂ ਐੜੇ ਤੇ ਅੱਧਕ ਠੱਠਾ 8 ਹੁੰਦਾ ਹੈ। ਲੇਕਿਨ ਜਦੋਂ ਅਸੀਂ 38 ਲਿਖਦੇ ਹਾਂ, ਐੜਾ ਠੱਠੇ ਤੇ ਅੱਧੇ ਨੂੰ ਬਿਹਾਰੀ 38 ਹੁੰਦਾ ਹੈ। ਐੜਾ ਠੱਠੇ ਤੇ ਅੱਧਕ, ਤੱਤਾ ਬਿਹਾਰੀ 38। थर्ड ऑप्शन सही है। नेक्स्ट, गिनती के अंक 15 ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ? ਅੰਕ 50 ਪਤਾ ਹੈ ਕਿ 50 ਨੂੰ ਅਸੀਂ 50 ਕਹਿੰਦੇ ਹਾਂ, ਲੇਕਿਨ 50 ਸਹੀ ਕਿਵੇਂ ਲਿਖਿਆ ਜਾਵੇਗਾ ਸ਼ੁੱਧ ਰੂਪ ਦੇ ਵਿੱਚ? ਬਿਲਕੁਲ ਸਹੀ, ਥਰਡ ਆਪਸ਼ਨ, ਪੱਪੇ ਤੇ ਟਿੱਪੀ ਜੱਜੇ ਨੂੰ ਕਹਿੰਦੇ ਹਨ। ਰੇਖਾ ਮੈਮ, your voice is cracking। 53 ਦੇ ਵਿੱਚ ਗਲਤੀ ਕਰਦੇ ਹੋ ਵੀ। 53 ਕਿਵੇਂ ਲਿਖਿਆ ਜਾਂਦਾ ਹੈ? 53 ਦੇ ਸਹੀ ਸਪੈਲਿੰਗ ਕੀ ਹਨ? ਚੈਟ ਬਾਕਸ 'ਚ ਉੱਤਰ ਦਿਓ। 53 ਦੇ ਸਹੀ ਸਪੈਲਿੰਗ, ਸ਼ੁੱਧ ਰੂਪ। ਯੈਸ ਰਾਈਟ, ਤੱਤਾ ਰਾਰਾ ਵਾਵੇ ਤੇ ਟਿੱਪੀ ਜੱਜੇ ਕੰਨਾ। 53 ਫਸਟ ਆਪਸ਼ਨ। 53 ਨਹੀਂ ਹੁੰਦਾ, 53 ਹੁੰਦਾ ਹੈ। ਜਲਦੀ ਜਲਦੀ ਅਸੀਂ ਗਿਣਤੀ ਰਿਵਾਈਜ਼ ਕਰਾਂਗੇ। 31 ਨੂੰ 31 ਕਹਿੰਦੇ ਹਾਂ, 31 ਲਿਖਦੇ ਹੋਏ ਕੱਕੇ ਤੇ ਅੱਧਕ ਆਉਣਾ ਹੈ। 32 32, 33 33, 34 34, 35 35, 36 36, 37 38, 38 ਵਿੱਚ ਐੜੇ ਤੇ ਉੱਤੇ ਨਹੀਂ, ਠੱਠੇ ਦੇ ਉੱਤੇ ਅੱਧਕ ਆਵੇਗਾ। 39 40, 40 ਲਿਖਦੇ ਹੋਏ ਲੱਲੇ ਦੇ ਪੈਰ 'ਚ ਬਿੰਦੀ ਪਾਉਣਾ ਨਹੀਂ ਭੁੱਲਣਾ। 41 41 ਲਿਖਦੇ ਹੋਏ ਵੀ ਈੜੀ ਤੇ ਅੱਧਕ ਨਹੀਂ ਆਏਗਾ। 42 43 44 45, ਪੱਪੇ ਦੇ ਉੱਤੇ ਟਿੱਪੀ ਆਏਗੀ। ਕਈ ਪੱਪਾ ਨੰਨਾ 45 ਲਿਖ ਦਿੰਦੇ ਹਨ। ਪੱਪੇ ਤੇ ਟਿੱਪੀ, ਤੱਤੇ ਕੰਨਾ, ਲੱਲੇ ਨੂੰ ਬਿਹਾਰੀ 45 46 47 48, 48 ਵਿੱਚ ਵੀ ਸਿੰਪਲ ਐੜਾ ਠੱਠਾ 8 ਆਏਗਾ। ਐੜੇ ਤੇ ਅੱਧਕ ਠੱਠਾ 8 ਨਹੀਂ ਲਿਖਣਾ। 49 50, 51 51 51, 51 ਲਿਖਦੇ ਹੋਏ ਵੀ ਈੜੀ ਤੇ ਅੱਧਕ ਨਹੀਂ ਪਾਉਣਾ ਹੈ। ਕਾਫੀ ਬੱਚੇ ਗਲਤੀ ਕਰਦੇ ਹਨ। 51 52, 53 54, 55 56, 57। ਦੇਖੋ 57 ਲਿਖਦੇ ਹੋਏ ਵੀ ਆਪਾਂ ਜੋ ਸਿੰਪਲ 7 ਲਿਖਦੇ ਹਾਂ, ਸੱਸੇ ਤੇ ਅੱਧਕ ਤੱਤਾ 7, ਲੇਕਿਨ 57 ਲਿਖਦੇ ਹੋਏ ਉੱਪਰ ਅੱਧਕ ਨਹੀਂ ਆਉਣਾ। 58 58 58, 58 ਦੇ ਵਿੱਚ ਵੀ ਐੜਾ ਠੱਠਾ 8 ਆਉਣਾ ਆ। ਐੜੇ ਤੇ ਅੱਧਕ ਠੱਠਾ 8 ਨਹੀਂ ਪਾਉਣਾ। 59 60, ਸੱਸੇ ਤੇ ਅੱਧਕ ਠੱਠਾ 60। ਯੈਸ, PT4 ਦੇ ਦੌਰਾਨ ਅਸੀਂ ਵਚਨ ਬਦਲੋ ਕੀਤੇ ਹਨ। ਹੈ ਸ਼ਬਦ ਦਾ ਬਹੁਵਚਨ ਦੱਸੋ। ਹੈਂਡ ਰੇਜ਼ ਕਰੋ ਮੈਮ, ਦੱਸਣਗੇ ਕਿ ਕੌਣ ਬੱਚਾ ਖੁਦ ਨੂੰ ਅਨਮਿਊਟ ਕਰੇਗਾ। ਹੈ ਸ਼ਬਦ ਦਾ ਬਹੁਵਚਨ। ਗਿਰੀਸ਼ਾ। गुड मॉर्निंग मैम। है शब्द ਦਾ गुड मॉर्निंग। हन,
ਹੈ ਦਾ ਬਹੁਵਚਨ ਹਨ। ਬੇਟਾ ਧਿਆਨ ਨਾਲ ਸੁਣੋ, ਜਦੋਂ ਇੱਕ ਪਰਸਨ ਦੀ ਗੱਲ ਹੋ ਰਹੀ ਹੈ, ਇੱਕ ਵਚਨ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਲਿਖਾਂਗੇ ਹੈ। ਉਹ ਜਾ ਰਿਹਾ ਹੈ, ਇਹ ਇੱਕ ਘਰ ਹੈ। ਇੱਥੇ ਇੱਕ ਚੀਜ਼ ਦੀ ਗੱਲ ਹੋ ਰਹੀ ਤਾਂ ਅਸੀਂ ਹੈ ਕਹਾਂਗੇ। ਲੇਕਿਨ ਜਦੋਂ ਬਹੁਤ ਸਾਰੀਆਂ ਚੀਜ਼ਾਂ ਹੋਣ, ਬਹੁਤ ਜ਼ਿਆਦਾ ਵਿਅਕਤੀਆਂ ਦੀ ਗੱਲ ਕੀਤੀ ਹੋਵੇ ਤਾਂ ਅਸੀਂ ਹੈ ਨਹੀਂ ਹਨ ਲਿਖਦੇ ਹਾਂ। ਉਹ ਜਾ ਰਹੇ ਹਨ, ਠੀਕ ਹੈ, ਜਾ ਰਹੇ ਹਨ, ਉਹ ਬਹੁਤ ਸਾਰੇ ਹਨ ਤਾਂ ਕਰਕੇ ਅਸੀਂ ਉਹ ਜਾ ਰਹੇ ਹੈ ਨਹੀਂ ਕਹਾਂਗੇ, ਉਹ ਜਾ ਰਹੇ ਹਨ। ਹਨ ਮਤਲਬ ਉਹ ਬਹੁਤ ਸਾਰੇ ਹਨ। ਨੈਕਸਟ, ਸੀ ਸ਼ਬਦ ਦਾ ਬਹੁਵਚਨ ਦੱਸੋ। ਸਮੇਂ ਦੀ ਗੱਲ, ਜਾਨਵੀ ਮੰਗੜ, ਜਾਨਵੀ ਬੰਦ ਕਰੋ ਬੱਚੇ। ਯੈਸ। ਸੀ ਸ਼ਬਦ ਦਾ ਬਹੁਵਚਨ। ਬੇਟੇ ਤੁਹਾਡਾ ਆਂਸਰ ਮੇਰੇ, ਹਾਂਜੀ Yes, ma'am. ਹਾਂਜੀ ਬੱਚੇ, ਸੀ ਸ਼ਬਦ ਦਾ ਬਹੁਵਚਨ ਦੱਸੋ। Ma'am, son. ਸਨ। ਜਦੋਂ ਪਾਸਟ ਦੀ ਬੀਤ ਚੁੱਕੇ ਸਮੇਂ ਦੀ ਗੱਲ ਹੋ ਰਹੀ ਹੈ ਤੇ ਇੱਕ ਵਚਨ ਦੀ ਗੱਲ ਹੋ ਰਹੀ ਹੈ, ਅਸੀਂ ਕਹਾਂਗੇ ਸੀ। ਉਹ ਇੱਕ ਬਹਾਦਰ ਲੜਕਾ ਸੀ। ਸਾਨੂੰ ਪਾਸਟ ਵਿੱਚ ਕੋਈ ਪਰਸਨ ਮਿਲਿਆ, ਉਹਦੀ ਅਸੀਂ ਗੱਲ ਕਰਾਂਗੇ। ਉਹ ਇੱਕ ਬਹਾਦਰ ਲੜਕਾ ਸੀ ਕਿਉਂਕਿ ਉਹ ਇੱਕ ਲੜਕਾ ਸੀ, ਠੀਕ ਹੈ। ਜੇ ਉਹ ਬਹੁਤ ਸਾਰੇ ਲੜਕੇ ਹੁੰਦੇ ਤਾਂ ਅਸੀਂ ਕਹਿਣਾ ਸੀ ਉਹ ਬਹੁਤ ਬਹਾਦਰ ਲੜਕੇ ਸਨ। ਸੀ ਤੋਂ ਕੀ ਬਣ ਗਿਆ, ਸਨ। ਚੈਟ ਬਾਕਸ 'ਚ ਉੱਤਰ ਦਿਓ। ਮੇਰਾ ਸ਼ਬਦ ਦਾ ਬਹੁਵਚਨ ਦੱਸੋ। ਮੇਰਾ ਸ਼ਬਦ ਦਾ ਬਹੁਵਚਨ। ਮੇਰਾ, ਜਦੋਂ ਮੈਂ ਆਪਣੀ ਕਿਸੇ ਚੀਜ਼ ਦੀ ਗੱਲ ਕਰ ਰਹੀ ਹਾਂ ਤਾਂ ਮੈਂ ਇੱਕੋ ਹਾਂ ਨਾ, ਇੱਕ ਵਚਨ ਹਾਂ, ਤਾਂ ਮੇਰੇ ਵਾਸਤੇ ਮੈਂ ਕਹਾਂਗੀ ਮੇਰਾ, ਮੇਰਾ ਪੈਨ, ਠੀਕ ਹੈ। ਪਰ ਜੇ ਅਸੀਂ ਬਹੁਤ ਸਾਰੇ ਹਾਂ ਤੇ ਆਪਣੀ ਕਿਸੇ ਚੀਜ਼ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਕਹਾਂਗੇ ਸਾਡਾ ਪੈਨ, ਠੀਕ ਹੈ। ਮੇਰਾ ਤੋਂ ਕੀ ਬਣ ਗਿਆ, ਸਾਡਾ। ਮੇਰਾ ਤੋਂ ਕਿਸੇ ਬੱਚੇ ਨੇ ਮੇਰੇ ਨਹੀਂ ਲਿਖਣਾ। ਇੱਥੇ ਮੇਰਾ ਪਹਿਲਾਂ ਮੈਂ ਇੱਕ ਹਾਂ ਤਾਂ ਮੇਰਾ ਕਿਹਾ ਜਾ ਰਿਹਾ ਹੈ। ਜਦੋਂ ਅਸੀਂ ਬਹੁਤ ਸਾਰੇ ਹਾਂ ਤਾਂ ਅਸੀਂ ਕਹਾਂਗੇ ਸਾਡਾ, ਠੀਕ ਹੈ। ਕੰਫਿਊਜ਼ ਨਹੀਂ ਹੋਣਾ। ਮੈਨੂੰ ਸ਼ਬਦ ਦਾ ਬਹੁਵਚਨ ਦੱਸੋ। ਮੈਨੂੰ। ਸਾਨੂੰ। ਬੱਚੇ ਖੁਦ ਨੂੰ ਅਨਮਿਊਟ ਨਹੀਂ ਕਰਨਾ। ਮੈਨੂੰ ਸ਼ਬਦ ਦਾ ਬਹੁਵਚਨ ਦੱਸੋ। ਜੇਕਰ ਮੈਂ ਇੱਕ ਹਾਂ ਤੇ ਇੱਕ ਵਚਨ ਵਾਸਤੇ ਮੈਨੂੰ, ਠੀਕ ਹੈ। ਮੈਨੂੰ ਬੁਖਾਰ ਹੈ। ਮੈਂ ਇੱਕ ਹਾਂ ਤੇ ਮੇਰੀ ਕਿਸੇ ਚੀਜ਼ ਦੇ ਵਾਸਤੇ ਅਸੀਂ ਕਹਿ ਰਹੇ ਮੈਨੂੰ ਬੁਖਾਰ ਹੈ। ਲੇਕਿਨ ਜੇ ਅਸੀਂ ਬਹੁਤ ਸਾਰੇ ਹਾਂ ਤਾਂ ਅਸੀਂ ਸ਼ਬਦ ਇਸਤੇਮਾਲ ਕਰਾਂਗੇ ਸਾਨੂੰ, ਠੀਕ ਹੈ। ਮੈਨੂੰ ਤੋਂ ਕੀ ਬਣ ਗਿਆ, ਬਹੁਵਚਨ ਸਾਨੂੰ। ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਹੁਣ ਸਾਨੂੰ ਵਿੱਚ ਅਸੀਂ ਦੋ ਜਾਂ ਦੋ ਤੋਂ ਵੱਧ ਹਾਂ, ਠੀਕ ਹੈ। ਵੈਰੀ ਗੁੱਡ। ਨਾਓ ਮਿਊਟ ਕਰੋ ਬੱਚੇ ਖੁਦ ਨੂੰ। ਤੈਨੂੰ, ਤੈਨੂੰ ਉੱਥੇ ਜਾਣਾ ਚਾਹੀਦਾ ਹੈ। ਇੱਥੇ ਤੂੰ ਇੱਕ ਹੈ, ਯਾਨੀ ਕਿ ਜਿਸ ਪਰਸਨ ਨਾਲ ਗੱਲ ਕੀਤੀ ਜਾ ਰਹੀ ਹੈ ਉਹ ਇੱਕ ਵਚਨ ਹੈ। ਬੇਟੇ ਖੁਦ ਨੂੰ ਅਨਮਿਊਟ ਨਹੀਂ ਕਰਨਾ। ਤੇ ਲੇਕਿਨ ਜੇ ਸਾਹਮਣੇ ਵਾਲੇ ਬਹੁਵਚਨ ਹਨ, ਦੋ ਜਾਂ ਦੋ ਤੋਂ ਵੱਧ ਹਨ, ਤਾਂ ਉਹਨਾਂ ਵਾਸਤੇ ਸ਼ਬਦ ਇਸਤੇਮਾਲ ਹੋਵੇਗਾ ਤੁਹਾਨੂੰ। ਤੈਨੂੰ ਉੱਥੇ ਜਾਣਾ ਚਾਹੀਦਾ ਹੈ, ਸਾਹਮਣੇ ਇੱਕ ਪਰਸਨ ਹੈ, ਠੀਕ ਹੈ। ਤੁਹਾਨੂੰ ਉੱਥੇ ਜਾਣਾ ਚਾਹੀਦਾ ਸੀ। ਇੱਥੇ ਸਾਹਮਣੇ ਦੋ ਜਾਂ ਦੋ ਤੋਂ ਵੱਧ ਵਿਅਕਤੀ ਹਨ। ਤੈਨੂੰ ਤੋਂ ਤੁਹਾਨੂੰ। ਹੁਣ ਅਸੀਂ ਜਲਦੀ ਵਚਨ ਬਦਲੋ, ਰਿਵਾਈਜ਼ ਕਰਾਂਗੇ। ਚਾਚਾ, ਚਾਚੇ। ਗੋਰਾ, ਗੋਰਾ ਦਾ ਬਹੁਵਚਨ ਗੋਰੇ। ਵੱਡਾ, ਵੱਡੇ। ਮੁੰਡਾ, ਮੁੰਡੇ। ਬੱਚੇ ਬਹੁਤ ਈਜ਼ੀ ਸ਼ਬਦ ਹਨ। ਡੰਡਾ, ਡੰਡੇ। ਸ਼ੀਸ਼ਾ, ਸ਼ੀਸ਼ੇ। ਵਸਤੂ, ਜੇ ਇੱਕ ਵਸਤੂ ਹੈ ਤਾਂ ਵਸਤੂ, ਜੇ ਬਹੁਤ ਸਾਰੀਆਂ ਹਨ ਵਸਤੂਆਂ। ਐੜੇ ਨੂੰ ਕੰਨਾ ਉੱਪਰ ਬਿੰਦੀ। ਕਿਸ਼ਤੀ, ਕਿਸ਼ਤੀਆਂ। ਉੱਪਰ ਬਿੰਦੀ ਪਾਉਣਾ ਨਹੀਂ ਭੁੱਲਣਾ। ਤੀਲੀ, ਤੀਲੀਆਂ। ਥਾਲੀ, ਥਾਲੀਆਂ। ਹੈ,
ਜੇ ਇੱਕ ਵਿਅਕਤੀ ਦੀ ਗੱਲ ਹੋ ਰਹੀ ਹੈ ਜਾ ਰਿਹਾ ਹੈ, ਇੱਕ ਹੈ ਬਹੁਤ ਸਾਰੇ ਹਨ ਉਹ ਜਾ ਰਹੇ ਹਨ। ਸੀ ਇੱਕ ਵਿਅਕਤੀ ਦੀ ਗੱਲ ਹੋ ਰਹੀ ਹੈ ਸੀ ਤੇ ਬਹੁਤ ਸਾਰੇ ਹਨ ਤਾਂ ਸਨ। ਹੈ ਪ੍ਰੈਜ਼ੈਂਟ ਵਾਸਤੇ ਇਸਤੇਮਾਲ ਹੁੰਦਾ ਹੈ। ਸੀ ਬੀਤ ਚੁੱਕੇ ਸਮੇਂ ਵਾਸਤੇ, ਭੂਤਕਾਲ ਵਾਸਤੇ। ਠੀਕ ਹੈ, ਮੇਰਾ, ਸਾਡਾ, ਮੈਨੂੰ, ਸਾਨੂੰ, ਤੈਨੂੰ, ਤੁਹਾਨੂੰ। ਬੱਚੇ ਜੋ 66 ਤੋਂ ਲੈ ਕੇ 70 ਤੱਕ ਹੈ ਨਾ, ਇਹ ਤੁਹਾਡੇ ਲਈ ਥੋੜਾ ਤੁਸੀਂ ਕੰਫਿਊਜ਼ ਹੋ ਸਕਦੇ ਹੋ, ਇਹਦੇ ਵਿੱਚ ਤੁਹਾਨੂੰ ਜ਼ਿਆਦਾ ਪ੍ਰੈਕਟਿਸ ਦੀ ਲੋੜ ਹੈ। ਠੀਕ ਹੈ ਦਾ ਹਨ ਤੇ ਸੀ ਦਾ ਸਨ। ਮੇਰਾ ਦਾ ਸਾਡਾ, ਮੈਨੂੰ ਦਾ ਸਾਨੂੰ ਤੇ ਤੈਨੂੰ ਦਾ ਤੁਹਾਨੂੰ। ਠੀਕ ਹੈ, ਹੁਣ ਅਸੀਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਤੋਂ ਬਾਅਦ ਨੈਕਸਟ ਪਾਰਟ ਕੀਤਾ ਹੈ, ਪਾਰਟ 16 ਅਖਬਾਰ। ਤੁਸੀਂ ਸਾਰਿਆਂ ਨੇ ਪੜ੍ਹ ਲਿਆ ਹੋਏਗਾ, ਮੈਂ ਕੱਲ ਵੀਡੀਓ ਭੇਜੀ ਸੀ। ਕੁਝ ਬੱਚੇ ਕਹਿ ਰਹੇ ਨੇ ਕਿ ਵੀਡੀਓ ਮੈਮ ਅੱਛੀ ਤਰ੍ਹਾਂ ਚੱਲ ਨਹੀਂ ਰਹੀ। ਬੱਚੇ ਦਰਵਾਜ਼ਾ ਖੜਕਾਣਾ। ਵੇਟ ਬੱਚੇ, ਤੁਸੀਂ ਚੈਟ ਬਾਕਸ 'ਚ ਉੱਤਰ ਦਿਓਗੇ। ਦਸਤਕ ਦੇਣਾ ਦਾ ਮਤਲਬ ਦੱਸੋ। ਦਸਤਕ ਦੇਣਾ ਦਾ ਮਤਲਬ ਦਰਵਾਜ਼ਾ ਦੱਸੋ। ਖੜਕਾਉਣਾ। ਯੈਸ, ਦਰਵਾਜ਼ਾ। ਦਰਵਾਜ਼ਾ ਖੜਕਾਉਣਾ। ਹਾਂਜੀ, ਦਰਵਾਜ਼ਾ ਖੜਕਾਉਣਾ। ਜਦੋਂ ਦਰਵਾਜ਼ੇ ਦੇ ਕੋਈ ਨੌਕ ਕਰਦਾ ਹੈ ਨਾ, ਦਰਵਾਜ਼ੇ ਤੇ ਨੌਕ ਕਰਨਾ, ਉਸਨੂੰ ਦਸਤਕ ਦੇਣਾ ਕਿਹਾ ਜਾਂਦਾ ਹੈ। ਉਸਨੂੰ ਦਰਵਾਜ਼ਾ ਖੋਲਣਾ ਜਾਂ ਦਰਵਾਜ਼ਾ ਭੰਨਣਾ ਨਹੀਂ ਕਿਹਾ ਜਾਂਦਾ, ਦਰਵਾਜ਼ਾ ਖੜਕਾਉਣਾ। ਯਾਨੀ ਕਿ ਅਖਬਾਰ ਸਵੇਰੇ ਸਵੇਰੇ ਆ ਕੇ ਸਾਡੇ ਦਰਵਾਜ਼ੇ ਤੇ ਦਸਤਕ ਦੇ ਦਿੰਦੀ ਹੈ। ਸਾਨੂੰ ਸਵੇਰੇ ਸਵੇਰੇ ਹੀ ਅਖਬਾਰ ਪੜ੍ਹਨ ਨੂੰ ਮਿਲ ਜਾਂਦੀ ਹੈ। ਦਸਤਕ ਦੇਣਾ ਮਤਲਬ ਦਰਵਾਜ਼ਾ ਖੜਕਾਉਣਾ। ਨੈਕਸਟ, ਓਕੇ, ਬਾਹਰ ਲੈ ਜਾਣਾ। ਮੱਲਾਂ ਮਾਰਨੀਆਂ ਦਾ ਮਤਲਬ ਦੱਸੋ ਕਿ ਕਿਸ ਨੇ ਖੇਡ ਵਿੱਚ ਕਿੱਥੇ ਕਿੱਥੇ ਮੱਲਾਂ ਮਾਰੀਆਂ ਹਨ। ਬੱਚੇ ਹੈਂਡ ਰੇਜ਼ ਕਰੋ ਜੋ ਮੱਲਾਂ ਮਾਰਨੀਆਂ ਦਾ ਅਰਥ ਜਾਣਦਾ ਹੈ। ਅਸੀਂ ਸ਼ਬਦ ਅਰਥ ਦੇ ਵਿੱਚ ਵੀ ਪੜ੍ਹਿਆ ਹੈ। ਮੱਲਾਂ ਮਾਰਨੀਆਂ ਮੈਮ ਕਿਸੇ ਤੇ ਖੇਡ ਹੱਕ ਵਿੱਚ ਕਰਨਾ। ਨਹੀਂ। ਐਨੀ ਅਦਰ ਸਟੂਡੈਂਟ ਹੂ ਨੋਜ਼। ਮੈਮ ਤਰੱਕੀ ਕਰਨਾ। ਥੋੜਾ ਨੇੜੇ ਹੈ, ਜਿੱਤਾਂ ਪ੍ਰਾਪਤ ਕਰਨੀਆਂ। ਠੀਕ ਹੈ, ਮੱਲਾਂ ਮਾਰਨੀਆਂ ਮਤਲਬ ਜਿੱਤਾਂ ਪ੍ਰਾਪਤ ਕਰਨੀਆਂ। ਕਿ ਕਿਹੜੇ ਖਿਡਾਰੀ ਨੇ ਕਿੱਥੇ ਕਿੱਥੇ ਮੱਲਾਂ ਮਾਰੀਆਂ ਹਨ, ਮਤਲਬ ਕੀ ਅਚੀਵ ਕੀਤਾ ਹੈ, ਗੇਨ ਕੀਤਾ ਹੈ, ਉਹ ਸਾਡੀਆਂ ਮੱਲਾਂ ਹੋ ਗਈਆਂ। ਠੀਕ ਹੈ, ਮੱਲਾਂ ਮਾਰਨੀਆਂ ਦਾ ਮਤਲਬ ਹੈ ਅਚੀਵ ਕਰਨਾ, ਕੁਝ ਗੇਨ ਕਰਨਾ, ਜਿੱਤਾਂ ਪ੍ਰਾਪਤ ਕਰਨੀਆਂ। ਠੀਕ ਹੈ, ਇਸ਼ਤਿਹਾਰ ਸ਼ਬਦ ਦਾ ਅਰਥ ਦੱਸੋ। ਵਪਾਰੀ ਅਖਬਾਰ ਵਿੱਚ ਇਸ਼ਤਿਹਾਰ ਛਪਵਾਉਂਦੇ ਹਨ। ਹੈਂਡ ਰੇਜ਼ ਕਰੋ। ਇਸ਼ਤਿਹਾਰ ਸ਼ਬਦ ਦਾ ਅਰਥ ਸਿਮਰਨ ਝੁੰਬਰ। ਮੈਮ ਕਹਿਣਾ ਹੀ ਸਿਮਰਨ ਝੁੰਬਰ। ਇਸ਼ਤਿਹਾਰ ਸ਼ਬਦ ਦਾ ਕੀ ਅਰਥ ਹੈ? ਅਨਮਿਊਟ yourself। नोटिस बोर्ड। नाम उसका मतलब है ਹਾਂਜੀ, ਇਸ਼ਤਿਹਾਰ ਕੀ ਹੁੰਦਾ ਹੈ? न्यूज। ਨਹੀਂ ਬੇਟੇ, ਨਿਊਜ਼ ਨਹੀਂ ਕਹਾਂਗੇ। ਨਿਊਜ਼ ਖਬਰਾਂ ਹੁੰਦੀਆਂ ਹਨ। ਗਿਰੀਸ਼ਾ ਨਾਗਪਾਲ। ਵੈਰੀ ਗੁੱਡ। ਓਕੇ, ਮਿਊਟ yourself all। ਸਾਰੇ ਬੱਚੇ ਆਪਣੇ ਆਪ ਨੂੰ ਮਿਊਟ ਕਰਨਗੇ। ਹਾਂਜੀ, ਇਸ਼ਤਿਹਾਰ ਹੁੰਦਾ ਹੈ ਐਡਵਰਟਾਈਜ਼ਮੈਂਟ, ਜਿਸ ਨੂੰ ਅਸੀਂ ਪੰਜਾਬੀ ਵਿੱਚ ਵਿਗਿਆਪਨ ਕਹਿੰਦੇ ਹਾਂ। ਠੀਕ ਹੈ, ਜਦੋਂ ਅਸੀਂ ਟੀਵੀ ਦੇਖਦੇ ਹਾਂ ਨਾ ਕਿ ਬਹੁਤ ਸਾਰੇ ਵਿਗਿਆਪਨ ਆਉਂਦੇ ਹਨ, ਅਲੱਗ-ਅਲੱਗ ਸੋਪਸ ਦੇ, ਸ਼ੈਂਪੂਸ ਦੇ, ਹੈਨਾ, ਅਲੱਗ-ਅਲੱਗ ਪ੍ਰੋਡਕਟਸ ਦੇ, ਉਹਨਾਂ ਨੂੰ ਇਸ਼ਤਿਹਾਰ ਕਿਹਾ ਜਾਂਦਾ ਹੈ। ਮਤਲਬ ਵਿਗਿਆਪਨ, ਐਡਵਰਟਾਈਜ਼ਮੈਂਟ, ਮਸ਼ਹੂਰੀ ਵਾਸਤੇ ਜੋ ਕੀਤੇ ਜਾਂਦੇ ਹਨ। ਚੈਟ ਬਾਕਸ 'ਚ ਉੱਤਰ ਦਿਓ। ਪ੍ਰਸ਼ਨ ਨੂੰ ਆਪਣੇ ਆਪ ਪੜ੍ਹੋ ਤੇ ਚੈਟ ਬਾਕਸ 'ਚ ਉੱਤਰ ਦਿਓ। ਅਖਬਾਰ ਦੀ ਰੱਦੀ ਖਰਚੇ ਵਿੱਚੋਂ ਖਰਚ ਬਚਾਉਂਦੀ ਹੈ। ਕੀ ਹੁੰਦੀ ਹੈ ਰੱਦੀ? ਯੈਸ, ਪੁਰਾਣੇ ਫਜ਼ੂਲ ਕਾਗਜ਼, ਇਹਨਾਂ ਨੂੰ ਰੱਦੀ ਕਿਹਾ ਜਾਂਦਾ ਹੈ। ਜਦੋਂ ਅਖਬਾਰ ਪੁਰਾਣੀ ਹੋ ਜਾਂਦੀ ਹੈ
ਉਸਨੂੰ ਅਸੀਂ ਰੱਦੀ ਕਹਿ ਦਿੰਦੇ ਹਾਂ। ਪੁਰਾਣੇ ਕਾਗਜ਼ਾਂ ਨੂੰ ਵੀ ਇਸ ਨੂੰ ਜਦੋਂ ਅਸੀਂ ਵੇਚਦੇ ਹਾਂ ਤਾਂ ਸਾਨੂੰ ਕੁਝ ਪੈਸੇ ਮਿਲ ਜਾਂਦੇ ਹਨ ਤੇ ਇਹ ਰੀਸਾਈਕਲ ਵੀ ਹੋ ਜਾਂਦੇ ਹਨ। ਨੈਕਸਟ, ਭਾਂਤ ਭਾਂਤ ਸ਼ਬਦ ਦਾ ਕੀ ਅਰਥ ਹੈ? ਅਖਬਾਰ ਵਿੱਚ ਭਾਂਤ ਭਾਂਤ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਯੈਸ, ਬਿਲਕੁਲ ਸਹੀ। ਭਾਂਤ ਭਾਂਤ ਤੋਂ ਭਾਵ ਹੈ ਵੱਖ ਵੱਖ, ਯਾਨੀ ਕਿ ਵੈਰਾਈਟੀ ਬਹੁਤ ਮਿਲ ਜਾਂਦੀ ਹੈ। ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਹਾਂਜੀ ਬੱਚੇ, ਹੁਣ ਮੈਂ ਜਲਦੀ ਇੱਕ ਵਾਰੀ ਤੁਹਾਨੂੰ ਇਹ ਕਵਿਤਾ ਪੜ੍ਹਾ ਦੇਵਾਂਗੀ। ਬੱਚੇ ਇੱਕ ਗੱਲ ਹੋਰ, ਤੁਸੀਂ ਔਰਲ ਵਿੱਚ ਵੀ ਪ੍ਰੈਕਟਿਸ ਕਰਨੀ ਹੈ। PT3 ਤੇ PT4 ਦੇ ਦੌਰਾਨ ਜੋ ਅਸੀਂ ਪੋਇਮਸ ਪੜ੍ਹੀਆਂ ਹਨ, PT3 ਦੇ ਵਿੱਚ ਜੋ ਪੋਇਮ ਪੜ੍ਹੀ ਹੈ ਤੇ PT4 ਵਿੱਚ ਅਖਬਾਰ ਹੈ, ਇਹਨਾਂ ਦੋਨਾਂ ਪੋਇਮਸ ਦੀ ਤੁਸੀਂ ਔਰਲ ਪ੍ਰੈਕਟਿਸ ਵੀ ਕਰੋਗੇ। ਨੈਕਸਟ ਜਿਸ ਦਿਨ ਵੀ ਕਲਾਸ ਹੋਵੇਗੀ ਨਾ, ਤੁਸੀਂ ਹੈਂਡ ਰੇਸ ਕਰੋਗੇ ਤੇ ਮੈਮ ਉਹਨਾਂ 'ਚ ਇੱਕ ਬੱਚਾ ਸਿਲੈਕਟ ਕਰਨਗੇ ਤੇ ਉਹ ਬੱਚਾ ਇਹ ਦੋਨੋਂ ਪੋਇਮਸ ਅਲੱਗ-ਅਲੱਗ ਬੱਚੇ ਨੂੰ ਚਲੋ ਚਾਂਸ ਮਿਲ ਜਾਏਗਾ, ਇਹ ਪੋਇਮ ਔਰਲੀ ਸੁਣਾਏਗਾ। ਠੀਕ ਹੈ। ਅਖਬਾਰ। ਘਰ ਸਾਡੇ ਆਉਂਦੀ ਅਖਬਾਰ, ਇਸ ਚੋਂ ਦਿਸਦਾ ਕੁੱਲ ਸੰਸਾਰ। ਕਿ ਸਾਡੇ ਘਰ ਵਿੱਚ ਰੋਜ਼ ਅਖਬਾਰ ਆਉਂਦੀ ਹੈ ਤੇ ਇਸ ਦੇ ਵਿੱਚ ਸਾਨੂੰ ਪੂਰੇ ਸੰਸਾਰ ਦੀਆਂ ਖਬਰਾਂ ਮਿਲ ਜਾਂਦੀਆਂ ਹਨ। ਰੋਜ਼ ਸਵੇਰੇ ਦਸਤਕ ਦੇਵੇ, ਕਰ ਦੇਵੇ ਸਭ ਦੂਰ ਅਕੇਵੇਂ। ਠੀਕ ਹੈ, ਕਿ ਰੋਜ਼ ਸਾਡੇ ਦਰਵਾਜ਼ੇ ਤੇ ਅਖਬਾਰ ਪੁੱਜਦੀ ਹੋ ਜਾਂਦੀ ਹੈ ਤੇ ਇਸਨੂੰ ਪੜ੍ਹ ਕੇ ਸਾਡੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਅਕੇਵਾਂ ਮਤਲਬ ਥਕਾਵਟ। ਠੀਕ ਹੈ। ਜਦ ਕਦੇ ਇਹ ਘਰ ਨਾ ਆਵੇ, ਮੇਰਾ ਮਨ ਦੁਖੀ ਹੋ ਜਾਵੇ। ਕਿ ਜਿਸ ਦਿਨ ਮੈਨੂੰ ਅਖਬਾਰ ਪੜ੍ਹਨ ਨੂੰ ਨਹੀਂ ਮਿਲਦੀ, ਮੇਰਾ ਮਨ ਉਦਾਸ ਰਹਿੰਦਾ ਹੈ, ਮੈਨੂੰ ਸਭ ਕੁਝ ਅਧੂਰਾ ਅਧੂਰਾ ਜਿਹਾ ਲੱਗਦਾ ਹੈ। ਪਿਆਰੀਆਂ ਇਹ ਕਵਿਤਾਵਾਂ ਲਿਆਵੇ, ਚੰਗੇ ਚੁਟਕਲੇ ਨਾਲ ਸੁਣਾਵੇ। ਕਿ ਸਾਨੂੰ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਵਿਤਾਵਾਂ, ਚੁਟਕਲੇ ਸੁਣਨ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸਾਡਾ ਮਨੋਰੰਜਨ ਹੋ ਜਾਂਦਾ ਹੈ। ਕਿੰਨੇ ਵਧੀਆ ਛਪਦੇ ਚਿੱਤਰ, ਗੱਲਾਂ ਕਰਦੇ ਮੇਰੇ ਮਿੱਤਰ। ਕਿ ਮੇਰੇ ਫਰੈਂਡਸ, ਮੇਰੇ ਮਿੱਤਰ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਅਖਬਾਰ ਵਿੱਚ ਕਿੰਨੀਆਂ ਕਲਰਫੁਲ ਪਿਕਚਰਸ, ਕਿੰਨੇ ਸੋਹਣੇ ਸੋਹਣੇ ਰੰਗਦਾਰ ਚਿੱਤਰ ਛਾਪੇ ਜਾਂਦੇ ਹਨ। ਜਦੋਂ ਇਹ ਬੁਝਾਰਤਾਂ ਪਾਵੇ, ਸਾਨੂੰ ਵੀ ਕੁਝ ਸੋਚਣ ਲਾਵੇ। ਕਿ ਨਿਊਜ਼ਪੇਪਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਬੁਝਾਰਤਾਂ ਹੁੰਦੀਆਂ ਹਨ। ਜਦੋਂ ਅਸੀਂ ਉਹਨਾਂ ਨੂੰ ਬੁੱਝਦੇ ਹਾਂ, ਸਾਡੇ ਬ੍ਰੇਨ ਦੀ ਪ੍ਰੈਕਟਿਸ ਹੋ ਜਾਂਦੀ ਹੈ, ਅਸੀਂ ਸੋਚਣ ਦੇ ਵਾਸਤੇ ਮਜਬੂਰ ਹੋ ਜਾਂਦੇ ਹਾਂ ਕਿ ਇਸ ਬੁਝਾਰਤ ਦਾ ਕੀ ਉੱਤਰ ਹੋਵੇਗਾ। ਕਈ ਕਹਾਣੀਆਂ ਇਹ ਸੁਣਾਵੇ, ਨਾਲ ਕਈ ਖੇਡਾਂ ਖਿਡਾਵੇ। ਕਿ ਵਿੱਚ ਇੱਕ ਬੱਚਿਆਂ ਦਾ ਸੈਕਸ਼ਨ ਵੀ ਹੁੰਦਾ ਹੈ, ਉਹਦੇ ਵਿੱਚ ਬੱਚਿਆਂ ਵਾਸਤੇ ਕਿੰਨੀਆਂ ਵਧੀਆ ਵਧੀਆ ਸਟੋਰੀਜ਼ ਹੁੰਦੀਆਂ ਹਨ, ਖੇਡਣ ਦੇ ਵਾਸਤੇ ਗੇਮਸ ਹੁੰਦੀਆਂ ਹਨ। ਫਿਲਮੀ ਦੁਨੀਆ ਦੇ ਸਿਤਾਰੇ ਲੱਗਣ ਸਾਨੂੰ ਬਹੁਤ ਪਿਆਰੇ। ਇਹਦੇ ਵਿੱਚ ਫਿਲਮੀ ਦੁਨੀਆ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੀਆਂ ਪਿਕਚਰਸ ਵੀ ਛਪੀਆਂ ਹੁੰਦੀਆਂ ਹਨ। ਉਹ ਬੜੀਆਂ ਕਲਰਫੁਲ ਹੁੰਦੀਆਂ ਹਨ ਤੇ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ। ਭਾਂਤ ਭਾਂਤ ਦੀਆਂ ਖਬਰਾਂ ਦੱਸੇ, ਕੋਈ ਰੋਵੇ ਤੇ ਕੋਈ ਹੱਸੇ। ਕਿ ਨਿਊਜ਼ਪੇਪਰ 'ਚ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆਫ ਨਿਊਜ਼ ਹੁੰਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਨੂੰ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਖੁਸ਼ੀ ਵਾਲੀਆਂ ਹੁੰਦੀਆਂ ਹਨ, ਕੁਝ ਗਮ ਵਾਲੀਆਂ ਹੁੰਦੀਆਂ ਹਨ। ਖੁਸ਼ੀ ਵਾਲੀ ਖਬਰ ਪੜ੍ਹ ਕੇ ਅਸੀਂ ਖੁਸ਼ ਹੋ ਜਾਂਦੇ ਹਾਂ, ਗਮ ਵਾਲੀ ਖਬਰ ਪੜ੍ਹ ਕੇ ਅਸੀਂ ਦੁਖੀ ਵੀ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ। ਖੇਡਾਂ ਬਾਰੇ ਦੱਸੇ ਗੱਲਾਂ, ਕਿੱਥੇ ਕਿੱਥੇ ਮਾਰੀਆਂ ਮੱਲਾਂ। ਯਾਨੀ ਕਿ ਮੱਲਾਂ ਮਾਰਨੀਆਂ, ਕੁਛ ਗੇਨ ਕਰਨਾ, ਅਚੀਵ ਕਰਨਾ, ਕੋਈ ਉਪਲਬਧੀ ਹਾਸਲ ਕਰਨਾ। ਕਿ ਇੱਥੋਂ ਸਾਨੂੰ ਸਪੋਰਟਸ ਦੀਆਂ ਨਿਊਜ਼ ਵੀ, ਖੇਡਾਂ ਦੇ ਬਾਰੇ ਗੱਲਾਂ ਵੀ ਪਤਾ ਲੱਗ ਜਾਂਦੀਆਂ ਹਨ ਕਿ ਕਿਹੜੀ ਖੇਡ ਵਿੱਚ ਕਿਹੜੇ ਖਿਡਾਰੀ ਨੇ ਕਿਹੜੀ ਉਪਲਬਧੀ ਹਾਸਲ ਕਰ ਲਈ ਹੈ। ਵਪਾਰੀ ਇਸ ਵਿੱਚ ਇਸ਼ਤਿਹਾਰ ਛਪਾਉਣ, ਆਪਣੇ ਮਾਲ ਦੀ ਮੰਗ ਵਧਾਉਣ। ਇਸ਼ਤਿਹਾਰ ਛਪਵਾਉਣਾ ਮਤਲਬ ਐਡਵਰਟਾਈਜ਼ਮੈਂਟ ਕਰਨੀ ਨਿਊਜ਼ਪੇਪਰ ਵਿੱਚ, ਵਿਗਿਆਪਨ ਦੇਣਾ। ਜੋ ਬਿਜ਼ਨਸਮੈਨ ਹੁੰਦੇ ਹਨ, ਵਪਾਰੀ ਬੰਦੇ ਹੁੰਦੇ ਹਨ, ਉਹ ਅਖਬਾਰ ਦੇ ਵਿੱਚ ਆਪਣੇ ਮਾਲ ਦੀ, ਆਪਣੇ ਸਮਾਨ ਦੀ ਸੇਲਿੰਗ ਵਧਾਉਣ ਵਾਸਤੇ, ਵਿਕਰੀ ਵਧਾਉਣ ਵਾਸਤੇ, ਕਿ ਉਹਨਾਂ ਦਾ ਸਮਾਨ ਜ਼ਿਆਦਾ ਵਿਕੇ, ਉਹ ਨਿਊਜ਼ਪੇਪਰ ਵਿੱਚ ਇਸ਼ਤਿਹਾਰ ਛਪਵਾਉਂਦੇ ਹਨ ਤਾਂ ਕਿ ਸੇਲ ਵੱਧ ਜਾਵੇ, ਉਹਨਾਂ ਦਾ ਬਿਜ਼ਨਸ ਵੱਧ ਜਾਵੇ।
ਰੱਦੀ ਇਸਦੀ ਕੰਮ ਹੈ ਆਉਂਦੀ, ਖਰਚੇ ਵਿੱਚੋਂ ਖਰਚਾ ਬਚਾਉਂਦੀ। ਰੱਦੀ ਮਤਲਬ ਜਦੋਂ ਅਖਬਾਰ ਪੁਰਾਣੀ ਹੋ ਜਾਂਦੀ ਹੈ ਉਸਨੂੰ ਰੱਦੀ ਕਿਹਾ ਜਾਂਦਾ ਹੈ। ਅਸੀਂ ਪੁਰਾਣੀ ਰੱਦੀ ਨੂੰ ਵੇਚ ਸਕਦੇ ਹਾਂ ਤੇ ਸਾਨੂੰ ਉਸਦੇ ਪੈਸੇ ਮਿਲਦੇ ਹਨ ਤੇ ਇਹ ਰੱਦੀ ਅੱਗੇ ਜਾ ਕੇ ਪੇਪਰ ਨੂੰ ਰੀਸਾਈਕਲ ਕਰਨ ਦੇ ਵਿੱਚ ਵੀ ਕੰਮ ਆ ਜਾਂਦੀ ਹੈ। ਜਦ ਦਾ ਮੈਂ ਅਖਬਾਰ ਲਵਾਇਆ ਤਦ ਤੋਂ ਡਾਢਾ ਗਿਆਨ ਵਧਾਇਆ, ਕਿ ਜਦੋਂ ਤੋਂ ਮੈਂ ਅਖਬਾਰ ਲਗਵਾ ਲਈ ਹੈ, ਇਹਨੂੰ ਰੂਟੀਨ ਵਿੱਚ ਪੜ੍ਹਨਾ, ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਪੜ੍ਹਨਾ ਸ਼ੁਰੂ ਕੀਤਾ ਹੈ, ਮੇਰੇ ਗਿਆਨ ਵਿੱਚ ਬਹੁਤ ਵਾਧਾ ਹੋਇਆ ਹੈ। ਯਾਨੀ ਕਿ ਮੇਰੀ ਨੌਲੇਜ ਬਹੁਤ ਜ਼ਿਆਦਾ ਵੱਧ ਗਈ ਹੈ। ਠੀਕ ਹੈ। ਇਸ ਤਰ੍ਹਾਂ ਤੁਸੀਂ ਇਸ ਪੋਇਮ ਨੂੰ ਔਰਲੀ ਇੱਕ ਰਿਦਮ ਦੇ ਵਿੱਚ ਲਰਨ ਕਰੋਗੇ। ਦੋਨਾਂ ਪੋਇਮ ਨੂੰ, ਜੋ ਪੀਟੀ 3 ਦੀ ਹੈ ਤੇ ਪੀਟੀ 4 ਦੀ ਹੈ। ਠੀਕ ਹੈ। ਮੈਮ ਨੇ ਨੈਕਸਟ ਟਾਈਮ ਤੁਹਾਡੇ ਕੋਲੋਂ ਸੁਣਨਾ ਹੈ। ਤੇ ਨਾਲ ਇਹ ਵੀ ਕਿਹਾ ਸੀ ਨਾ ਕਿ ਜੋ ਵੀ ਪਾਠ ਦੇ ਵਿੱਚ ਨਵੇਂ ਤੁਸੀਂ ਸ਼ਬਦ ਪੜ੍ਹਦੇ ਹੋ, ਨਵੇਂ ਸੈਂਟੈਂਸ ਪੜ੍ਹਦੇ ਹੋ, ਤੁਸੀਂ ਉਸਦੀ ਡਿਕਟੇਸ਼ਨ ਪ੍ਰੈਕਟਿਸ ਵੀ ਕਰੋਗੇ। ਠੀਕ ਹੈ। ਨੈਕਸਟ ਟਾਈਮ ਨੈਕਸਟ ਕਲਾਸ ਹੋਏਗੀ, ਉਸ ਦੇ ਵਿੱਚ ਮੈਮ ਤੁਹਾਨੂੰ ਕੁਝ ਸੈਂਟੈਂਸ ਬੋਲਣਗੇ ਕਿ ਤੁਸੀਂ ਨੋਟਬੁੱਕ ਤੇ ਉਹ ਸੈਂਟੈਂਸ ਲਿਖੋਗੇ। ਇਸ ਤਰ੍ਹਾਂ ਸਾਡੀ ਡਿਕਟੇਸ਼ਨ ਪ੍ਰੈਕਟਿਸ ਵੀ ਹੋ ਜਾਏਗੀ। ਠੀਕ ਹੈ। ਪੀਟੀ 3 ਤੇ 4 ਦੇ ਚੈਪਟਰਸ ਦੇ ਵਿੱਚੋਂ ਜੋ ਅਸੀਂ ਕਵਰ ਕਰ ਲਏ ਹਨ। ਔਰਲ ਤੇ ਡਿਕਟੇਸ਼ਨ ਦੀ ਪ੍ਰੈਕਟਿਸ ਵੀ ਸਾਰੇ ਬੱਚਿਆਂ ਨੇ ਪੂਰੀ ਤਰ੍ਹਾਂ ਕਰਨੀ ਹੈ। ਠੀਕ ਹੈ। ਨੈਕਸਟ ਟਾਈਮ ਅਸੀਂ ਪ੍ਰੈਕਟਿਸ ਕਰਾਂਗੇ, ਕਿਉਂਕਿ ਅਸੀਂ 4th ਕਲਾਸ ਵਿੱਚੋਂ ਇਹ ਚੀਜ਼ਾਂ ਵੀ ਸਿੱਖ ਕੇ ਜਾਣੀਆਂ ਹਨ। ਏਦਾਂ ਨਹੀਂ ਕਿ ਅਸੀਂ ਵਰਚੁਅਲ ਕਲਾਸ ਲਗਾ ਰਹੇ ਹਾਂ ਤੇ ਅਸੀਂ ਔਰਲ ਪ੍ਰੈਕਟਿਸ ਨਹੀਂ ਕਰਾਂਗੇ ਜਾਂ ਫਿਰ ਡਿਕਟੇਸ਼ਨ ਪ੍ਰੈਕਟਿਸ ਨਹੀਂ ਕਰਾਂਗੇ। ਅਸੀਂ ਇਸ ਤੇ ਵੀ ਪੂਰਾ ਫੋਕਸ ਕਰਨਾ ਹੈ। ਠੀਕ ਹੈ। ਜੋ ਵੀ ਔਖੇ ਸ਼ਬਦ ਹਨ ਉਹਨਾਂ ਦੀ ਤੁਸੀਂ ਰਿਟਨ ਪ੍ਰੈਕਟਿਸ ਕਰਨੀ ਹੈ, ਵਾਕਾਂ ਦੀ, ਵਾਕ ਰੂਪ ਵਿੱਚ। ਹਾਂਜੀ, ਐਨੀ ਅਦਰ ਡਾਊਟ? ਮੈਮ ਸਟਾਪ ਰਿਕਾਰਡਿੰਗ ਨਾਓ।